ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਉੱਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ BA ਸਮੈਸਟਰ 1 ਇਕਨੋਮਿਕਸ ਦਾ ਸਿਲੇਬਸ ਅੱਜ ਆਪਾਂ ਡਿਸਕਸ ਕਰਾਂਗੇ। ਸੈਮ 1 ਦਾ ਪੇਪਰ ਦਾ ਨਾਮ ਹੈ ਮਾਈਕਰੋ ਇਕਨੋਮਿਕਸ ਐਂਡ ਇੰਡੀਅਨ ਇਕਨੋਮੀ 1। ਰੈਗੂਲਰ, ਡਿਸਟੈਂਸ ਅਤੇ ਪ੍ਰਾਈਵੇਟ ਤਿੰਨੋਂ ਮੋਡਸ ਦਾ ਸੇਮ ਸਿਲੇਬਸ ਹੁੰਦਾ ਹੈ, ਸੇਮ ਹੀ ਪੈਟਰਨ ਹੁੰਦਾ ਹੈ, ਸੇਮ ਹੀ ਬੁੱਕਸ ਹੁੰਦੀਆਂ ਨੇ, ਸੇਮ ਹੀ ਨੋਟਸ ਵਗੈਰਾ ਹੁੰਦੇ ਨੇ, ਬਟ ਉਹਨਾਂ ਦਾ ਮਾਰਕਿੰਗ ਸਕੀਮਾ ਡਿਫਰੈਂਟ ਹੁੰਦਾ। ਕਿੱਦਾਂ ਹੁੰਦਾ ਕਿ ਰੈਗੂਲਰ ਵਾਲਿਆਂ ਨੂੰ ਜਿਹੜਾ ਹੈਗਾ 75 ਨੰਬਰ ਦਾ ਪੇਪਰ ਆਏਗਾ, ਉਹਨਾਂ ਦੀ ਇੰਟਰਨਲ ਅਸੈਸਮੈਂਟ ਲੱਗਦੀ ਹੈ। ਲੇਕਿਨ ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਦੀ ਕੋਈ ਵੀ ਇੰਟਰਨਲ ਅਸੈਸਮੈਂਟ ਨਹੀਂ ਲੱਗਦੀ। ਇਹਨਾਂ ਦਾ ਕੁਐਸਚਨ ਪੇਪਰ 100 ਨੰਬਰ ਦਾ ਸੈੱਟ ਹੁੰਦਾ, ਬਾਕੀ ਹੋਰ ਕੋਈ ਵੀ ਡਿਫਰੈਂਸ ਨਹੀਂ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਸਟਰਕਚਰ ਜਿਹੜਾ ਹੈ, ਇੰਸਟਰਕਸ਼ਨ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ। ਸੋ ਰੈਗੂਲਰ ਵਾਲਿਆਂ ਦੀਆਂ ਇੰਸਟਰਕਸ਼ਨ ਸਭ ਤੋਂ ਪਹਿਲਾਂ ਕਰਾਂਗੇ A, B ਅਤੇ C। 3 ਸੈਕਸ਼ਨ ਦੇ ਵਿੱਚ ਪੇਪਰ ਡਿਵਾਈਡ ਹੋਏਗਾ। A ਦੇ ਵਿੱਚ 4 ਲੌਂਗ ਪੁੱਛੇ ਜਾਣਗੇ, ਜਿਨ੍ਹਾਂ 'ਚੋਂ 2 ਕਰਨੇ ਹੋਣਗੇ। ਸੈਕਸ਼ਨ B ਦੇ ਵਿੱਚੋਂ ਵੀ 4 ਲੌਂਗ ਪੁੱਛੇ ਜਾਣਗੇ, ਜਿਨ੍ਹਾਂ 'ਚੋਂ 2 ਕਰਨੇ ਹੁੰਦੇ ਨੇ। ਸੈਕਸ਼ਨ C ਦੇ ਵਿੱਚ 9 ਕੁਐਸਚਨ ਪੁੱਛੇ ਜਾਂਦੇ ਨੇ ਸ਼ਾਰਟ, ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈ ਸਾਰੇ ਹੀ ਕੰਪਲਸਰੀ ਹੁੰਦੇ ਨੇ। 3-3 ਨੰਬਰ ਦਾ ਇੱਕ ਹੁੰਦਾ, ਯਾਨੀ ਕਿ C ਸੈਕਸ਼ਨ ਦੇ ਵਿੱਚੋਂ 9x3 27 ਮਾਰਕਸ ਦਾ ਸੈਕਸ਼ਨ C ਆਉਂਦਾ। ਸੈਕਸ਼ਨ A ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇੱਕ ਲੌਂਗ ਕੁਐਸਚਨ 12 ਨੰਬਰ ਦਾ ਹੁੰਦਾ, ਯਾਨੀ ਕਿ 2 ਕੁਐਸਚਨ ਕਰਨੇ ਨੇ, 24 ਮਾਰਕਸ ਆਪਣੇ ਇੱਥੋਂ ਹੋ ਗਏ। B ਸੈਕਸ਼ਨ ਦੇ ਵਿੱਚ ਵੀ 2 ਕੁਐਸਚਨ ਕਰਨੇ ਆ, 24 ਇੱਥੋਂ ਹੋ ਗਏ। ਟੋਟਲ 75 ਮਾਰਕਸ ਜਿਹੜੇ ਨੇ ਇੱਦਾਂ ਬਣਦੇ ਨੇ। ਅਗਰ ਆਪਾਂ ਗੱਲ ਕਰੀਏ ਕਿ ਡਿਸਟੈਂਸ ਅਤੇ ਪ੍ਰਾਈਵੇਟ ਵਾਲੇ ਨੂੰ ਕਿੱਦਾਂ ਦਾ ਪੇਪਰ ਆਏਗਾ, ਸੇਮ ਹੀ ਸਟਰਕਚਰ ਹੈ। ਪਿੱਛੇ ਦੱਸ ਕੇ ਹਟੀਆਂ ਕਿ A, B, C 3 ਸੈਕਸ਼ਨ ਹੋਣਗੇ। A ਸੈਕਸ਼ਨ ਦੇ ਵਿੱਚੋਂ ਵੀ 2 ਕੁਐਸਚਨ ਕਰਨੇ ਨੇ, B ਸੈਕਸ਼ਨ ਵਿੱਚੋਂ ਵੀ 2 ਕਰਨੇ ਨੇ, C ਸੈਕਸ਼ਨ ਦੇ ਵਿੱਚੋਂ 9 ਦੇ 9 ਕੰਪਲਸਰੀ ਨੇ ਸ਼ਾਰਟ ਕੁਐਸਚਨ, ਅਤੇ 9 ਕੁਐਸਚਨ ਨੇ ਜਿਹੜੇ ਉਹ 4 ਨੰਬਰ ਦਾ ਇੱਕ ਪੁੱਛਿਆ ਜਾਏਗਾ ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਨੂੰ, ਤਾਂ 36 ਮਾਰਕਸ ਇੱਥੋਂ ਕੰਪਲੀਟ ਹੋਣਗੇ। ਸੈਕਸ਼ਨ A ਦੇ ਵਿੱਚ ਇਹਨਾਂ ਨੇ ਸਾਫ਼ ਕਿਹਾ ਕਿ 16 ਨੰਬਰ ਦਾ ਇੱਕ ਲੌਂਗ ਆਏਗਾ, ਮਤਲਬ ਕਿ 32 ਨੰਬਰ ਦਾ ਇੱਥੋਂ, 32 ਨੰਬਰ ਦਾ ਹੀ B ਦੇ ਵਿੱਚੋਂ, ਅਤੇ C ਸੈਕਸ਼ਨ ਦੇ ਵਿੱਚੋਂ 36 ਨੰਬਰ ਦਾ। ਇੱਦਾਂ ਤੁਹਾਡੇ 100 ਮਾਰਕਸ ਜਿਹੜੇ ਨੇ ਕੰਪਲੀਟ ਹੋਣਗੇ। ਗੱਲ ਕਰੀਏ ਕਿ ਕਿੱਦਾਂ ਤੁਸੀਂ ਪੇਪਰ ਅਟੈਂਪਟ ਕਰਨਾ ਹੈ। ਜਿਹੜਾ ਲੌਂਗ ਕੁਐਸਚਨ ਹੈਗਾ, ਲੌਂਗ ਕੁਐਸਚਨ 4 ਜਾਂ 5 ਸ਼ੀਟਸ ਦੇ ਉੱਤੇ ਇੱਕ ਲੌਂਗ ਜਿਹੜਾ ਹੈਗਾ ਉਹ ਅਟੈਂਪਟ ਕਰਨਾ ਹੈ। ਇੰਨੀ ਐਵਰੇਜ ਸਾਰੇ ਹੀ ਲੌਂਗ ਲਈ ਤੁਸੀਂ ਰੱਖਣੀ ਹੈ, ਅਤੇ 1 ਜਾਂ 2 ਕੁਐਸਚਨ ਇੱਕ ਸ਼ੀਟ ਦੇ ਉੱਤੇ ਲਿਖਣੇ ਨੇ ਤੁਸੀਂ ਸ਼ਾਰਟ। ਠੀਕ ਹੈ, ਇੱਕ ਸ਼ੀਟ ਉੱਤੇ 1 ਜਾਂ 2 ਸ਼ਾਰਟ ਕੁਐਸਚਨ ਤੁਸੀਂ ਕਰ ਸਕਦੇ ਹੋ। ਅਗਰ ਬਹੁਤ ਹੀ ਜ਼ਿਆਦਾ ਰਾਈਟਿੰਗ ਬਰੀਕ ਹੈਗੀ ਹੈ ਤਾਂ ਤੁਸੀਂ 3 ਕੁਐਸਚਨ ਵੀ ਅਟੈਂਪਟ ਕਰ ਸਕਦੇ ਹੋ। ਸੈਕਸ਼ਨ A ਦੇ ਵਿੱਚ ਕਿਹੜੇ ਟੌਪਿਕਸ ਇਨਕਲੂਡਡ ਨੇ? ਸਭ ਤੋਂ ਪਹਿਲਾਂ ਤਾਂ ਮੀਨਿੰਗ ਐਂਡ ਸਕੋਪ ਆਫ ਇਕਨੋਮਿਕਸ। ਅਰਥ ਸ਼ਾਸਤਰ ਦਾ ਕੀ ਅਰਥ ਹੈ, ਕੀ ਇਸ ਦਾ ਵਿਸ਼ਾ ਖੇਤਰ ਹੈ। ਡੈਫੀਨੇਸ਼ਨਸ ਆਫ ਇਕਨੋਮਿਕਸ, ਐਡਮ ਸਮਿਥ, ਮਾਰਸ਼ਲ ਐਂਡ ਰੋਬਿਨਸ, ਤਾਂ ਇਹਦੀਆਂ ਡੈਫੀਨੇਸ਼ਨਸ ਆਉਣਗੀਆਂ ਇਕਨੋਮਿਕਸ ਦੀਆਂ, ਅਰਥ ਸ਼ਾਸਤਰ ਦੀਆਂ। ਥਿਊਰੀ ਆਫ ਡਿਮਾਂਡ, ਮੰਗ ਦੀ ਥਿਊਰੀ, ਮੰਗ ਦਾ ਸਿਧਾਂਤ। ਕੰਜ਼ਿਊਮਰ ਬਿਹੇਵੀਅਰ, ਉਪਭੋਗਤਾ ਦਾ ਵਿਵਹਾਰ। ਯੂਟਿਲਿਟੀ ਐਨਾਲਿਸਿਸ, ਠੀਕ ਹੈ ਜੀ, ਯੂਟਿਲਿਟੀ ਜਿਹੜੀ ਹੈ ਉਹਦਾ ਐਨਾਲਿਸਿਸ। ਇਨਡਿਫਰੈਂਸ ਕਰਵ ਐਨਾਲਿਸਿਸ, ਸੋ ਇਹ ਐਨਾਲਿਸਿਸ ਬਹੁਤ ਇੰਪੋਰਟੈਂਟ ਹੈ। ਕੰਜ਼ਿਊਮਰ ਸਰਪਲਸ ਐਂਡ ਇਟਸ ਮੈਜ਼ਰਮੈਂਟ, ਇਹ ਵਾਲਾ ਟੌਪਿਕ ਵੀ। ਇਲਾਸਟਿਸਿਟੀ ਆਫ ਡਿਮਾਂਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਕਿ ਮੰਗ ਦੀ ਲਚਕ ਤੋਂ ਤੁਹਾਡਾ ਕੀ ਭਾਵ ਹੈ, ਐਂਡ ਇਟਸ ਮੈਜ਼ਰਮੈਂਟ, ਅਤੇ ਇਹਨੂੰ ਕਿਵੇਂ ਮਾਪਿਆ ਜਾ ਸਕਦਾ। ਸੋ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਹਰ ਵਾਰ ਪੇਪਰ 'ਚ ਪੁੱਛਿਆ ਜਾਂਦਾ ਹੈ। ਕੰਸੈਪਟ ਐਂਡ ਟਾਈਪਸ ਆਫ ਪ੍ਰੋਡਕਸ਼ਨ, ਫੰਕਸ਼ਨ, ਲਾਜ਼ of return to scale and law of variable proportions। ਸੋ ਇਹ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਕੰਸੈਪਟ ਐਂਡ ਟਾਈਪਸ ਆਫ ਪ੍ਰੋਡਕਸ਼ਨ ਫੰਕਸ਼ਨ, ਲਾਜ਼ ਆਫ ਰਿਟਰਨ ਟੂ ਸਕੇਲ ਐਂਡ ਲਾ ਆਫ ਵੇਰੀਏਬਲ ਪ੍ਰਪੋਰਸ਼ਨ। ਤਾਂ ਪ੍ਰਪੋਰਸ਼ਨ ਦਾ ਵੇਰੀਏਬਲ ਵਾਲਾ ਜਿਹੜਾ ਲਾ ਹੈ ਬਹੁਤ ਇੰਪੋਰਟੈਂਟ ਹੈ। ਕੋਸਟ ਦੇ ਕੰਸੈਪਟ, ਕੋਸਟ ਕਰਵਸ ਕਿਹੜੀਆਂ ਹੁੰਦੀਆਂ ਨੇ ਇਨ ਸ਼ਾਰਟ ਐਂਡ ਲੌਂਗ ਪੀਰੀਅਡ। ਤਾਂ ਸ਼ਾਰਟ ਲੌਂਗ ਪੀਰੀਅਡ 'ਚ ਕੋਸਟ ਕਰਵਸ ਦੇ ਬਾਰੇ ਆਪਾਂ ਨੇ ਡਿਸਕਸ ਕਰਨਾ ਹੈ। ਮਾਰਕੀਟ ਫਾਰਮਸ, ਮਾਰਕੀਟ ਦੀਆਂ ਕਿੰਨੀਆਂ ਫਾਰਮਸ ਨੇ, ਐਵਰੇਜ ਰੈਵਨਿਊ, ਮਾਰਜਨਲ ਰੈਵਨਿਊ, ਅੰਡਰ ਪਰਫੈਕਟ ਐਂਡ ਇੰਪਰਫੈਕਟ ਕੰਪੀਟੀਸ਼ਨ। ਰਿਲੇਸ਼ਨਸ਼ਿਪ ਬਿਟਵੀਨ ਐਵਰੇਜ ਰੈਵਨਿਊ, ਮਾਰਜਨਲ ਰੈਵਨਿਊ, ਇਲਾਸਟਿਸਿਟੀ ਆਫ ਡਿਮਾਂਡ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੌਨਸੈਪਟ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਕਨਸੈਪਟ ਤੁਸੀਂ ਛੱਡ ਸਕਦੇ ਹੋ ਲੌਂਗ ਲਈ, ਲੇਕਿਨ ਸ਼ਾਰਟ ਲਈ ਤੁਸੀਂ ਸਾਰਾ ਹੀ ਪੜ੍ਹਨਾ। ਸ਼ਾਰਟ ਕਿੱਧਰੋਂ ਵੀ ਆ ਸਕਦੇ ਨੇ। ਸੈਕਸ਼ਨ B ਦੇ ਵਿੱਚ ਨੇਚਰ ਐਂਡ ਕਰੈਕਟਰਿਸਟਿਕਸ ਆਫ ਇੰਡੀਅਨ ਇਕਨੋਮੀ ਔਨ ਦ ਈਵ ਆਫ ਇੰਡੀਪੈਂਡੈਂਸ। ਤਾਂ ਭਾਰਤੀ ਅਰਥ ਵਿਵਸਥਾ ਦੀ ਆਜ਼ਾਦੀ ਤੋਂ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਆਜ਼ਾਦੀ ਤੋਂ ਬਾਅਦ ਦੀ ਜਿਹੜੀ ਹੈਗੀ ਇੰਡੀਅਨ ਇਕਨੋਮੀ ਦੇ ਬਾਰੇ ਲਿਖਣਾ ਹੈ। ਐਗਰੀਕਲਚਰ ਸਟ੍ਰੈਟਜੀ ਜਿਹੜੀ ਹੈ, ਇਹਨਾਂ ਨੇ ਨਵੀਂ ਖੇਤੀਬਾੜੀ ਨੀਤੀ ਜਿਹੜੀ ਅਪਣਾਈ ਹੈ ਉਹਦੇ ਬਾਰੇ। ਲੈਂਡ ਰਿਫੋਰਮਸ,
ਲੈਂਡ ਰਿਫਾਰਮਸ ਜਿਹੜੇ ਹੋਏ ਨੇ, ਭੂਮੀ ਸੁਧਾਰ ਅਤੇ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ, ਇੰਡਸਟਰੀਅਲ ਪਾਲਿਸੀ ਆਫ ਇੰਡੀਆ ਸਿੰਸ 1947 ਵਿਦ ਸਪੈਸ਼ਲ ਐਮਫੈਸਿਸ ਔਨ ਰੀਸੈਂਟ ਟ੍ਰੈਂਡਸ ਆਫ ਲਿਬਰਲਾਈਜੇਸ਼ਨ। ਤਾਂ ਉਦਾਰਵਾਦ ਦੇ ਪਰਸਪੈਕਟਿਵ ਤੋਂ ਆਪਾਂ ਨੇ ਜਿਹੜਾ ਹੈ ਹੁਣ ਇੰਡਸਟਰੀਅਲ ਪਾਲਿਸੀ ਯਾਨੀ ਕਿ ਉਦਯੋਗਿਕ ਨੀਤੀ ਦੇ ਵਿੱਚ ਜਿਹੜਾ ਸੁਧਾਰ ਹੋਇਆ 1947 ਤੋਂ ਬਾਅਦ ਓਵਲਾ ਕਰਨਾ ਹੈ। ਰੋਲ ਐਂਡ ਪ੍ਰੋਬਲਮਸ ਆਫ ਸਮਾਲ ਐਂਡ ਲਾਰਜ ਸਕੇਲ ਇੰਡਸਟਰੀ, ਛੋਟੇ ਪੱਧਰ ਦੇ ਉੱਤੇ ਅਤੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਦਾ ਭੂਮਿਕਾ ਕੀ ਹੈ, ਉਹਨਾਂ ਦੀਆਂ ਪ੍ਰੋਬਲਮਸ ਕੀ ਨੇ, ਇਹ ਸਾਰੇ ਹੀ ਕੰਸੈਪਟ ਦੇ ਵਿੱਚ ਸ਼ਾਰਟ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ। ਬਹੁਤ ਹੀ ਇੰਪੋਰਟੈਂਟ ਅਤੇ ਈਜ਼ੀ ਟੌਪਿਕ ਹੈ ਜਿਹੜੇ ਤੁਹਾਡੇ ਸੈਕਸ਼ਨ ਬੀ ਦੇ ਵਿੱਚ ਨੇ। ਸੈਕਸ਼ਨ ਏ ਥੋੜ੍ਹਾ ਜਿਹਾ ਟਿਪੀਕਲ ਹੈ, ਲੇਕਿਨ ਸੈਕਸ਼ਨ ਬੀ ਤੁਹਾਡਾ ਬਹੁਤ ਹੀ ਜ਼ਿਆਦਾ ਆਸਾਨ ਹੈ। ਰੋਲ ਆਫ ਪਬਲਿਕ ਐਂਡ ਪ੍ਰਾਈਵੇਟ ਸੈਕਟਰ ਇਨ ਇੰਡਸਟਰੀਅਲ ਡਿਵੈਲਪਮੈਂਟ ਆਫ ਇੰਡੀਆ, ਭਾਰਤ ਦੇ ਉਦਯੋਗਿਕ ਵਿਕਾਸ ਦੇ ਵਿੱਚ ਜਿਹੜਾ ਹੈ ਸਰਵਜਨਿਕ ਅਤੇ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਵੇਟ ਸੈਕਟਰ ਦਾ ਕੀ ਰੋਲ ਹੈ। ਸਰਵਜਨਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਦਾ ਕੀ ਰੋਲ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਅਗਰ ਆਪਾਂ ਗੱਲ ਕਰੀਏ ਤਾਂ ਕਿਹੜੀਆਂ ਬੁੱਕਸ ਤੁਸੀਂ ਫੋਲੋ ਕਰ ਸਕਦੇ ਹੋ। TR ਜੈਨ ਦੀ ਬੁੱਕਸ ਜਿਹੜੀਆਂ ਨੇ ਉਹ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਅਵੇਲੇਬਲ ਨੇ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਹੋਰ ਬੁੱਕਸ ਦਿੱਤੀਆਂ ਹੋਈਆਂ ਨੇ। ਚੰਦਰਗੁਪਤ ਸਿੰਘ ਦੀ ਭਾਰਤੀ ਅਰਥ ਵਿਵਸਥਾ ਪੰਜਾਬੀ ਮੀਡੀਅਮ ਵਿੱਚ ਹੈ। ਇਹ ਘੋਸ਼ ਦੀ ਵੀ ਜਿਹੜੀ ਹੈਗੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹ ਮਿਲ ਜਾਂਦੀ ਹੈ ਆਰਾਮ ਨਾਲ ਬੁੱਕ, ਭਾਰਤੀ ਅਰਥ ਵਿਵਸਥਾ, ਇਹ ਪੰਜਾਬੀ ਮੀਡੀਅਮ ਵਾਲਿਆਂ ਲਈ ਹੈ। ਅਤੇ ਅਗਰ ਆਪਾਂ ਗੱਲ ਕਰੀਏ ਤਾਂ ਸੈਮੂਅਲਸਨ ਦੀ ਜਿਹੜੀ ਹੈਗੀ ਅਰਥ ਸ਼ਾਸਤਰ, ਇਹ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀ ਹੈ ਪੰਜਾਬੀ ਮੀਡੀਅਮ ਦੇ ਵਿੱਚ ਤੁਹਾਨੂੰ ਮਿਲ ਜੂਗੀ। ਬਾਕੀ ਜਿਹੜਾ ਹੈਗਾ BB ਟੰਡਨ ਐਂਡ ਕੁਲਵਿੰਦਰ ਕੌਰ ਦੀ ਇੰਡੀਅਨ ਇਕਨੋਮੀ, ਟਾਟਾ ਮੈਗਰਿਊ ਲੇਟੈਸਟ ਐਡੀਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਹੈ, ਇਹ ਵੀ ਤੁਹਾਨੂੰ ਮਿਲ ਜੂਗੀ। ਆਰਾਮ ਨਾਲ ਤੁਸੀਂ ਬੁੱਕਸ ਫੋਲੋ ਕਰ ਸਕਦੇ ਹੋ। ਬਾਕੀ TR ਜੈਨ ਦੀਆਂ ਬੁੱਕਸ ਬਹੁਤ ਹੀ ਜ਼ਿਆਦਾ ਅੱਛੀਆਂ ਨੇ, ਤੁਸੀਂ +1 +2 ਵਿੱਚ ਵੀ ਪੜ੍ਹੀਆਂ ਨੇ TR ਜੈਨ ਦੀਆਂ ਬੁੱਕਸ, ਤਾਂ ਉਹ ਤੁਸੀਂ ਫੋਲੋ ਕਰ ਸਕਦੇ ਹੋ। ਹੋਪ ਤੁਹਾਨੂੰ ਵੀਡੀਓ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਲੱਗਿਆ ਹੋਵੇਗਾ। ਆਪਣੇ ਜੂਨੀਅਰਸ ਦੇ ਨਾਲ ਅਤੇ ਸੀਨੀਅਰਸ ਦੇ ਨਾਲ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਅਤੇ ਮੈਂ ਜਲਦੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੀ ਰਹਾਂ।